Welcome, students. Today we will do a very important topic of your grammar book, that is translation. Translation from English to Punjabi or Punjabi to English. ਸਭ ਤੋਂ ਪਹਿਲਾਂ ਅਸੀਂ ਬੇਟੇ be ਦੀਆਂ forms is, am, are, was, were ਦੀ uses ਬਾਰੇ ਪੜਾਂਗੇ। ਅਸੀਂ ਇਹਨਾਂ ਦੀ ਐਗਜ਼ਾਮਪਲਸ ਤੋਂ ਹੀ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਐਂਡ ਸਟੂਡੈਂਟਸ, ਤੁਸੀਂ ਪਹਿਲੀਆਂ ਕਲਾਸਿਸ ਦੇ ਵਿੱਚ ਵੀ ਇਹ ਬਹੁਤ ਵਾਰ ਸੈਂਟੈਂਸਸ ਰੀਡ ਕਰ ਚੁੱਕੇ ਹੋ ਔਰ ਬਹੁਤ ਕੁਝ ਤੁਹਾਨੂੰ ਇਹਨਾਂ ਵਿੱਚੋਂ ਪਹਿਲਾਂ ਤੋਂ ਹੀ ਆਉਂਦਾ ਹੈ, ਬਟ ਫਿਰ ਵੀ ਅਸੀਂ ਇਹਨਾਂ ਨੂੰ ਇੱਕ ਵਾਰ ਫਿਰ ਅੱਛੀ ਤਰ੍ਹਾਂ ਨਾਲ ਸਮਝਾਂਗੇ। ਲੈਟਸ ਸਟਾਰਟ ਰੀਡਿੰਗ। ਉਹ ਮੇਰਾ ਮਿੱਤਰ ਹੈ, ਤੁਹਾਨੂੰ ਸਭ ਨੂੰ ਪਤਾ ਹੈ। ਉਹ ਬॉय ਹੈ ਤਾਂ ਬॉय ਦਾ ਪ੍ਰੋਨਾਊਨ ਹੀ ਇਜ਼ ਮਾਈ ਫਰੈਂਡ। ਮੈਂ ਇੱਕ ਖਿਡਾਰੀ ਹਾਂ, ਆਈ ਐਮ ਅ ਪਲੇਅਰ। ਆਈ ਦੇ ਨਾਲ ਐਮ। ਤੁਸੀਂ ਠੀਕ ਹੋ, ਯੂ ਆਰ ਰਾਈਟ। ਉਹ ਚਲਾਕ ਸਨ, ਦੇ ਵਰ ਕਲੈਵਰ। ਜਦੋਂ ਤਾਂ ਪ੍ਰੈਜ਼ੈਂਟ ਸਮੇਂ ਦੀ ਗੱਲ ਕੀਤੀ ਤਾਂ ਪੰਜਾਬੀ ਦੇ ਵਿੱਚ ਵਾਕਾਂ ਦੇ ਅਖੀਰ ਵਿੱਚ ਆਮ ਕਰਕੇ ਹੈ, ਹਾਂ, ਹੋ ਆਉਂਦੇ ਆ। ਔਰ ਜਦੋਂ ਪਿਛਲੇ ਸਮੇਂ ਦੀ ਕੋਈ ਗੱਲ ਹੁੰਦੀ ਹੈ ਉਹਦੇ ਬਾਰੇ ਅਸੀਂ ਦੱਸਣਾ ਤਾਂ ਸੀ, ਸਨ ਵਗੈਰਾ ਆਉਂਦਾ। ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹਨਾਂ ਹੈਲਪਿੰਗ ਵਰਬਸ ਇਜ਼, ਐਮ, ਆਰ, ਵਾਸ, ਵਰ ਦੀ ਵਰਤੋਂ ਕਰਨੀ ਹੈ। ਪ੍ਰੈਜ਼ੈਂਟ ਸਮੇਂ ਦੀ ਗੱਲ ਵਾਸਤੇ ਅਸੀਂ ਜਿਹੜੀ ਸਬਜੈਕਟ ਦੇ ਨਾਲ ਹੈਲਪਿੰਗ ਵਰਬ ਲਗਾਉਣੀ ਹੈ ਉਹ ਇਜ਼ ਜਾਂ ਐਮ ਜਾਂ ਆਰ ਲਗਾਉਣੀ ਹੈ। ਇੱਕ ਵਚਨ ਦੇ ਨਾਲ ਇਜ਼, ਆਈ ਦੇ ਨਾਲ ਐਮ ਐਂਡ ਬਹੁਵਚਨ ਪਲੂਰਲਸ ਦੇ ਨਾਲ ਆਰ। ਔਰ ਪਾਸਟ ਸਮੇਂ ਦੇ ਸੈਂਟੈਂਸ ਬਣਾਉਂਦੇ ਹੋਏ ਅਸੀਂ ਇੱਕ ਵਚਨ ਦੇ ਨਾਲ ਵਾਸ ਲਗਾਉਣਾ ਔਰ ਪਲੂਰਲਸ ਦੇ ਨਾਲ ਵਰ ਲਗਾਉਣਾ। ਸਿੰਗੂਲਰ ਸਬਜੈਕਟ ਨਾਲ ਵਾਸ ਲੱਗੇਗਾ ਔਰ ਪਲੂਰਲ ਸਬਜੈਕਟ ਦੇ ਨਾਲ ਵਰ ਲੱਗੇਗਾ। ਹੁਣ ਇੱਥੇ ਤੁਸੀਂ ਫੋਰਥ ਸੈਂਟੈਂਸ ਵਿੱਚ ਦੇਖੋ, ਉਹ ਚਲਾਕ ਸਨ। ਸਨ ਤੋਂ ਪਤਾ ਲੱਗਦਾ ਹੈ ਕਿ ਉਹ ਜ਼ਿਆਦਾ ਵਿਅਕਤੀਆਂ ਦੀ ਗੱਲ ਕੀਤੀ ਹੋਈ ਹੈ। ਜੇ ਇੱਕ ਵਿਅਕਤੀ ਹੁੰਦਾ ਉਹ ਚਲਾਕ ਸੀ ਆਉਣਾ ਸੀ। ਠੀਕ ਹੈ ਬੇਟੇ, ਉਹ ਤੋਂ ਪਤਾ ਲੱਗਣਾ ਸੀਗਾ ਕਿ ਇਹ ਇੱਕ ਵਿਅਕਤੀ ਦੀ ਗੱਲ ਹੋ ਰਹੀ ਹੈ। ਲੇਕਿਨ ਹੁਣ ਉਹ ਚਲਾਕ ਸਨ, ਉਹ ਬਹੁਤੇ ਹਨ, ਉਹ ਬਹੁਤੇ ਵਿਅਕਤੀ ਹਨ। ਸੋ ਬਹੁਤੇ ਵਿਅਕਤੀਆਂ ਦਾ ਪ੍ਰੋਨਾਊਨ ਹੁੰਦਾ ਦੇ। ਸੋ ਸੈਂਟੈਂਸ ਬਣੇਗਾ ਦੇ ਵਰ ਕਲੈਵਰ। ਸਨ ਹੈ ਪਾਸਟ ਸਮੇਂ ਦੀ ਗੱਲ ਹੈ ਤਾਂ ਬਹੁਤਿਆਂ ਵਾਸਤੇ ਵਰ ਲੱਗੇਗਾ, ਦੇ ਵਰ ਕਲੈਵਰ। ਅਮਿਤ ਮੇਰਾ ਵਿਦਿਆਰਥੀ ਸੀ। ਹੁਣ ਅਮਿਤ ਇੱਕ ਹੈ। ਅਮਿਤ ਵਾਸ ਮਾਈ ਸਟੂਡੈਂਟ। ਉਹ ਲੇਖਕ ਨਹੀਂ ਹੈ, ਹੀ ਇਜ਼ ਨਾਟ ਅ ਰਾਈਟਰ। ਸਾਨੂੰ ਜਲਦੀ ਨਹੀਂ ਹੈ, ਵੀ ਆਰ ਨਾਟ ਇਨ ਅ ਹਰੀ। ਮੈਂ ਨੇਤਾ ਨਹੀਂ ਹਾਂ, ਆਈ ਐਮ ਨਾਟ ਅ ਲੀਡਰ। ਮੈਂ ਬੇਈਮਾਨ ਨਹੀਂ ਸੀ, ਆਈ ਵਾਜ਼ ਨਾਟ ਡਿਸऑਨੈਸਟ। ਔਨੈਸਟ ਤੁਸੀਂ ਜਾਣਦੇ ਹੋ, ਇਮਾਨਦਾਰ। ਇਮਾਨਦਾਰ ਦਾ ਉਲਟ ਬੇਈਮਾਨ, ਡਿਸऑਨੈਸਟ। ਆਈ ਵਾਜ਼ ਨਾਟ ਡਿਸऑਨੈਸਟ। ਬੱਚੇ ਦੁਖੀ ਨਹੀਂ ਸਨ, ਚਿਲਡਰਨ ਵਰ ਨਾਟ ਅਨਹੈਪੀ। ਹੁਣ ਇੱਕ ਬੱਚੇ ਨੂੰ ਬੇਟੇ ਇੰਗਲਿਸ਼ ਦੇ ਵਿੱਚ ਕੀ ਕਵਾਂਗੇ, ਚਾਈਲਡ, ਔਰ ਪਲੂਰਲ ਆਫ ਚਾਈਲਡ ਇਜ਼ ਚਿਲਡਰਨ, ਤਾਂ ਇਹਦੇ ਨਾਲ ਵਰ ਆਏਗਾ। ਚਿਲਡਰਨ ਵਰ ਨਾਟ ਅਨਹੈਪੀ। ਕੀ ਉਹ ਸਾਡਾ ਮਿੱਤਰ ਹੈ। ਨਾਓ ਇੰਟਰੋਗੇਟਿਵ ਸੈਂਟੈਂਸਸ, ਕੁਐਸਚਨ ਵਾਲੇ ਵਾਕ। ਇਹ ਜਿਹੜੀਆਂ ਹੈਲਪਿੰਗ ਵਰਬਸ ਇਜ਼, ਐਮ, ਆਰ, ਵਾਸ, ਵਰ ਨੇ, ਇਹਨਾਂ ਨੂੰ ਅਸੀਂ ਸੈਂਟੈਂਸ ਦੇ ਸ਼ੁਰੂਆਤ ਦੇ ਵਿੱਚ ਲਿਆਉਂਦੇ ਹਾਂ, ਸਬਜੈਕਟ ਤੋਂ ਪਹਿਲਾਂ ਲਗਾ ਦਿੰਦੇ ਹਾਂ ਔਰ ਅਖੀਰ ਵਿੱਚ ਕੁਐਸਚਨ ਮਾਰਕ ਇੰਟਰੋਗੇਸ਼ਨ ਦਾ ਸਾਈਨ ਪੈ ਜਾਂਦਾ ਹੈ। ਸੋ ਕੀ ਉਹ ਸਾਡਾ ਮਿੱਤਰ ਹੈ। ਹੁਣ ਇਹ ਵੀ ਇੱਕ ਵਿਅਕਤੀ ਦੀ ਗੱਲ ਕੀਤੀ ਹੈ, ਇੱਕ ਵਾਸਤੇ ਪ੍ਰੋਨਾਊਨ ਹੀ ਲਗਾ ਦਿੱਤਾ। ਜੇ ਲੜਕੀ ਹੁੰਦੀ ਤਾਂ ਸ਼ੀ ਲਗਾ ਦੇਣਾ ਸੀ। ਇਜ਼, ਹੀ ਇਜ਼ ਬਾਹਰ ਆ ਗਿਆ, ਸਬਜੈਕਟ ਤੋਂ ਪਹਿਲਾਂ ਆ ਗਿਆ। ਆਮ ਕੇਸਿਸ ਦੇ ਵਿੱਚ ਕੀ ਹੁੰਦਾ, ਅਸਰਟਿਵ ਸੈਂਟੈਂਸਿਸ ਦੇ ਵਿੱਚ ਕੀ ਹੁੰਦਾ, ਸਬਜੈਕਟ ਤੋਂ ਬਾਅਦ ਵਿੱਚ ਵਾਸ, ਵਰ, ਇਜ਼, ਐਮ, ਆਰ ਲੱਗਦਾ। ਪਰ ਜਦੋਂ ਇੰਟਰੋਗੇਟਿਵ ਸੈਂਟੈਂਸਿਸ ਬਣਾਉਣੇ ਆ ਤਾਂ ਇਜ਼, ਐਮ, ਆਰ, ਵਾਸ, ਵਰ ਸਬਜੈਕਟ ਤੋਂ ਪਹਿਲਾਂ ਆ ਜਾਂਦਾ ਹੈ, ਭਾਵ ਕਿ ਸੈਂਟੈਂਸ ਦੇ ਸ਼ੁਰੂ ਵਿੱਚ ਆ ਜਾਂਦਾ। ਇਜ਼ ਹੀ ਯੋਰ ਫਰੈਂਡ। ਨੈਕਸਟ, ਕੀ ਸ਼ਮਾ ਕੰਜੂਸ ਹੈ। ਇਜ਼ ਸ਼ਮਾ ਅ ਮਾਈਜ਼ਰ। ਕੰਜੂਸ ਦੀ ਇੰਗਲਿਸ਼ ਮਾਈਜ਼ਰ। ਕੀ ਮਨਜੀਤ ਇਮਾਨਦਾਰ ਹੈ। ਇਜ਼ ਮਨਜੀਤ ਓਨੈਸਟ। ਕੀ ਤੁਸੀਂ ਸਹੀ ਸੀ। ਵਰ ਯੂ ਰਾਈਟ, ਕੁਐਸਚਨ ਮਾਰਕ। ਸੋ ਇੰਟਰੋਗੇਟਿਵ ਸੈਂਟੈਂਸਿਸ ਦੇ ਐਂਡ ਵਿੱਚ ਕੁਐਸਚਨ ਮਾਰਕ ਪਾਉਣਾ ਮਸਟ ਹੈ, ਜ਼ਰੂਰੀ ਪਾਉਣਾ ਹੈ।
ਦਿਸ ਇਜ਼ ਦ ਪਾਰਟ ਆਫ ਯੋਰ ਲਰਨਿੰਗ। ਸੋ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਹੈ ਕਿ ਇੰਟੈਰੋਗੇਟਿਵ ਸੈਂਟੈਂਸ ਦੀ ਪਹਿਚਾਣ ਇੰਟੈਰੋਗੇਸ਼ਨ ਸਾਈਨ ਦੇ ਨਾਲ ਹੀ ਬਣਦੀ ਹੈ। ਅਗਰ ਤੁਸੀਂ ਉਸਨੂੰ ਮਿਸ ਕਰਦੇ ਹੋ, ਨਹੀਂ ਪਾਉਂਦੇ ਹੋ, ਤਾਂ ਉਹ ਇੱਕ ਮਿਸਟੇਕ ਹੁੰਦੀ ਹੈ, ਬਲੰਡਰ ਹੁੰਦਾ ਹੈ। ਸੋ ਕੀਪ ਇਨ ਮਾਈਂਡ ਕਿ ਇੰਟੈਰੋਗੇਟਿਵ ਸੈਂਟੈਂਸਿਸ ਦੇ ਵਿੱਚ ਹਮੇਸ਼ਾ ਐਂਡ ਵਿੱਚ ਫੁੱਲ ਸਟਾਪ ਨਹੀਂ ਪੈਂਦਾ, ਇੰਟੈਰੋਗੇਟਿਵ ਸਾਈਨ ਪੈਂਦਾ। ਕੀ ਤੁਸੀਂ ਸਹੀ ਸੀ? ਵਰ ਯੂ ਰਾਈਟ? ਕੀ ਲੜਕੇ ਖੁਸ਼ ਸਨ? ਵਰ ਦ ਬॉयਜ਼ ਹੈਪੀ? ਸੋ ਹੁਣ ਤੁਸੀਂ ਇਹਨਾਂ ਤੋਂ ਤੁਸੀਂ ਇਹ ਗੱਲ ਸਮਝੀ ਕਿ ਇੱਕ ਵਚਨ ਦੇ ਨਾਲ ਤੇ ਬਹੁਵਚਨ ਦੇ ਨਾਲ ਪ੍ਰੈਜ਼ੈਂਟ ਤੇ ਪਾਸਟ ਦੇ ਵਿੱਚ ਕਿਹੜੀ ਹੈਲਪਿੰਗ ਵਰਬ ਲੱਗਦੀ ਹੈ ਸਬਜੈਕਟ ਦੇ ਨਾਲ, ਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਅਪਲਾਈ ਕਰਨਾ ਹੈ। ਇਹਨਾਂ ਦੀ ਐਪਲੀਕੇਸ਼ਨ ਤੁਸੀਂ ਦੇਖੀ। ਹੁਣ ਇਹਨਾਂ ਦੀ ਐਕਸਰਸਾਈਜ਼ ਕਰਾਂਗੇ ਅਸੀਂ। ਸਭ ਤੋਂ ਪਹਿਲਾ ਸੈਂਟੈਂਸ, ਉਹ ਭੁੱਖਾ ਹੈ। ਪ੍ਰੈਜ਼ੈਂਟ ਸਮੇਂ ਦੀ ਗੱਲ ਹੈ, ਉਹ ਭੁੱਖਾ ਹੈ, ਹੁਣ ਭੁੱਖਾ ਹੈ। ਹੀ ਇਜ਼ ਹੰਗਰੀ, ਇਜ਼ ਲੱਗ ਗਿਆ, he is hungry। ਇਮਾਨਦਾਰੀ ਸਭ ਤੋਂ ਉੱਤਮ ਨੀਤੀ ਹੈ। honesty is the best policy। ਜਦੋਂ ਵੀ ਕਿਸੇ ਵੀ ਸਬਜੈਕਟ ਦੇ ਅਖੀਰ ਵਿੱਚ ਹੈ, ਹਨ ਲੱਗਿਆ ਤਾਂ ਉਹਦੇ ਵਿੱਚ is am are ਦੀ ਵਰਤੋਂ ਹੋਏਗੀ। ਕਲੀਅਰ? ਸੋ ਅਗਲਾ, ਮੈਂ ਕਵੀ ਹਾਂ। I ਦੇ ਨਾਲ am ਲੱਗੇਗਾ। I am a poet। ਸਾਨੂੰ ਰੋਜ਼ ਸੈਰ ਕਰਨੀ ਚਾਹੀਦੀ ਹੈ। we should take a walk। ਇੱਥੇ daily ਵੀ ਆ ਸਕਦਾ ਹੈ। ਰੋਜ਼ ਸੈਰ ਕਰਨੀ, we should take a walk daily। ਉਹ ਭ੍ਰਿਸ਼ਟ ਨਹੀਂ ਸਨ। ਭ੍ਰਿਸ਼ਟ ਕੌਣ ਹੁੰਦੇ ਆ ਬੇਟੇ? ਕਰਪਟ ਲੋਕਾਂ ਨੂੰ ਭ੍ਰਿਸ਼ਟ ਕਹਿੰਦੇ ਆ। ਭ੍ਰਿਸ਼ਟ ਦੀ ਇੰਗਲਿਸ਼ ਕਰਪਟ ਹੁੰਦੀ ਹੈ। ਨਹੀਂ ਸਨ, ਪਾਸਟ ਸਮੇਂ ਦਾ ਪਤਾ ਲੱਗ ਰਿਹਾ ਇੱਥੋਂ। ਸਨ ਤੋਂ ਔਰ ਇੱਕ ਹੋਰ ਪਤਾ ਲੱਗ ਰਿਹਾ ਕਿ ਉਹ ਬਹੁਤੇ ਵਿਅਕਤੀ ਹਨ, ਬਹੁਤੇ ਵਿਅਕਤੀਆਂ ਦੀ ਗੱਲ ਹੋ ਰਹੀ ਹੈ। ਸੋ ਹੁਣ ਇੱਥੇ ਫਿਰ ਉਹ ਕੌਣ ਹੋਣਗੇ? ਦੇ ਨਾਲ ਕਿਉਂਕਿ ਪਲੂਰਲ ਹੈ ਤਾਂ ਵਰ ਲੱਗੇਗਾ। ਦੇ ਵਰ ਨਾਟ ਕਰਪਟ। ਇਹ ਮਕਾਨ ਵਿਕਾਊ ਨਹੀਂ ਹੈ। ਇਹ ਮਕਾਨ, ਦਿਸ ਹਾਊਸ is not for sale। ਰਾਜ ਕਿਸਾਨ ਨਹੀਂ ਸੀ। ਰਾਜ was not a farmer। ਕੀ 10 ਵਜੇ ਹਨ? is it 10 o'clock? ਕੀ ਤੁਹਾਡੇ ਪਿਤਾ ਜੀ ਬਹੁਤ ਅਮੀਰ ਸਨ? was your father rich? interrogative sentences ਹਨ ਤਾਂ interrogation ਦਾ ਸਾਈਨ ਪਾਉਣਾ ਜ਼ਰੂਰੀ ਹੈ, ਲਾਜ਼ਮੀ ਹੈ। ਕੀ ਇਹ ਆਮ ਰਸਤਾ ਹੈ? is it a thoroughfare? ਮੈਂ ਕਿਤਾਬ ਪੜ੍ਹਦਾ ਹਾਂ। I read a book। ਸੋ ਸਟੂਡੈਂਟਸ, ਇਸ ਤੋਂ ਅੱਗੇ ਅਸੀਂ ਕਰਾਂਗੇ ਟ੍ਰਾਂਸਲੇਸ਼ਨ ਆਫ ਸੈਂਟੈਂਸਿਸ ਫਰੋਮ 26 to 50। ਸੋ ਇਹ ਸੈਂਟੈਂਸਿਸ ਕਿਤੋਂ ਬਾਹਰੋਂ ਨਹੀਂ ਹਨ ਬੇਟੇ, ਇਹ ਤੁਹਾਡੀ ਗ੍ਰਾਮਰ ਬੁੱਕ ਦੇ ਵਿੱਚੋਂ ਹੀ ਪ੍ਰੈਕਟਿਸ ਕਰਵਾਈ ਜਾ ਰਹੀ ਹੈ। ਸੋ ਤੁਸੀਂ ਬੈਟਰ ਹੈ ਕਿ ਤੁਸੀਂ ਆਪਣੀ ਗ੍ਰਾਮਰ ਬੁੱਕਸ ਨੂੰ ਨਾਲ ਖੋਲ੍ਹੋ, ਨਾਲ ਉੱਥੋਂ ਪੜ੍ਹੋ। ਜੋ ਸੈਂਟੈਂਸਿਸ 26 to 50 ਸਾਡੀ ਗ੍ਰਾਮਰ ਬੁੱਕ ਦੇ ਵਿੱਚ ਹਨ, ਉਹਦੇ ਵਿੱਚ ਅਸੀਂ ਟੈਂਸਿਸ ਦੀ ਵਰਤੋਂ ਕਰਾਂਗੇ। ਟੈਂਸਿਸ ਸਿੰਪਲ ਪ੍ਰੈਜ਼ੈਂਟ, ਜਿਸ ਨੂੰ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਕਹਿੰਦੇ ਆ। ਸੋ ਬਹੁਤ ਧਿਆਨ ਦੇ ਨਾਲ ਇਸ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਬੇਟਾ। ਜੇ ਇਹ ਟੈਂਸ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਆ ਗਿਆ ਤਾਂ ਅਗਲੇ ਟੈਂਸਿਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਇਸ ਟੈਂਸ ਦੀ ਵਰਤੋਂ ਕਿਸੇ ਵਿਅਕਤੀ ਦੀ ਆਦਤ, ਰੋਜ਼ਾਨਾ ਕਰਨ ਵਾਲੇ ਕੰਮ ਜਾਂ ਚਰਿੱਤਰ ਚਿੱਤਰਣ ਸੰਬੰਧੀ। ਚਰਿੱਤਰ ਚਿੱਤਰਣ ਬੇਟੇ ਕੈਰੈਕਟਰ ਸਕੈਚ। ਜਦੋਂ ਅਸੀਂ ਲੈਸਨਸ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਕਿਸੇ ਪਰਸਨੈਲਿਟੀ ਦਾ ਕੈਰੈਕਟਰ ਸਕੈਚ ਲਿਖਣ ਬਾਰੇ ਤੁਹਾਨੂੰ ਕਿਹਾ ਜਾਂਦਾ ਹੈ, ਤਾਂ ਉਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਉਹਦੇ ਵਿੱਚ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ ਯੂਜ਼ ਕਰਨੀ ਹੈ। ਸੱਚ ਹੋਣ ਵਾਲੀਆਂ ਗੱਲਾਂ ਐਂਡ ਕੁਦਰਤੀ ਸੱਚ ਸੰਬੰਧੀ ਜਦੋਂ ਗੱਲਾਂ ਕਰਨੀਆਂ ਹੋਣ ਤਾਂ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ ਵਰਤੋਂ ਕਰਦੇ। ਸੋ ਇਹਦੀ ਫਾਰਮੇਸ਼ਨ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਅਸੀਂ ਕਹਿ ਤਾਂ ਦਿੰਦੇ ਹਾਂ, ਲੇਕਿਨ ਕਿਸ ਤਰ੍ਹਾਂ ਅਪਲਾਈ ਕਰਨਾ ਹੈ, ਕਿਸ ਤਰ੍ਹਾਂ ਸੈਂਟੈਂਸ ਬਣਨਾ ਹੈ, ਇਸ ਟੈਂਸ ਦੇ ਵਿੱਚ ਜਦੋਂ ਅਸੀਂ ਫਾਰਮੇਸ਼ਨ ਕਰਦੇ ਹਾਂ ਸੈਂਟੈਂਸਿਸ ਦੀ, ਤਾਂ ਵਰਬ ਦੀ ਫਰਸਟ ਫਾਰਮ V1 ਯੂਜ਼ ਹੁੰਦਾ। ਫਰਸਟ ਪਰਸਨ, ਸੈਕਿੰਡ ਪਰਸਨ ਤੇ ਥਰਡ ਪਰਸਨਸ ਕੌਣ ਹੁੰਦੇ ਆ? ਸੋ ਫਰਸਟ ਪਰਸਨਸ ਜਿਹੜੇ ਹੈ ਉਹ ਹੁੰਦੇ ਆ ਜਿਹੜੇ ਵਿਅਕਤੀ ਗੱਲ ਕਰ ਰਹੇ ਹੋਣ। ਦੋਜ਼ ਪਰਸਨਸ ਹੂ ਆਰ ਟਾਕਿੰਗ। ਗੱਲ ਕਰ ਰਹੇ ਵਿਅਕਤੀ ਆਪਣੇ ਆਪ ਨੂੰ ਕੀ ਕਹੇਗਾ? I। ਜ਼ਿਆਦਾ ਜਣੇ ਗੱਲਾਂ ਕਰ ਰਹੇ ਆ ਤਾਂ we। I ਤੇ we ਫਰਸਟ ਪਰਸਨ ਹੋਏ। ਸੈਕਿੰਡ ਪਰਸਨ, ਜਿਸ ਵਿਅਕਤੀ ਨਾਲ ਗੱਲ ਕੀਤੀ ਜਾ ਰਹੀ ਹੈ, ਜਿਸ ਵਿਅਕਤੀ ਨਾਲ ਅਸੀਂ ਗੱਲ ਕਰਦੇ ਹਾਂ ਉਸਨੂੰ ਅਸੀਂ ਤੁਸੀਂ ਕਹਿੰਦੇ ਹਾਂ ਜਾਂ ਤੂੰ ਕਹਿੰਦੇ ਹਾਂ। ਸੋ ਇੰਗਲਿਸ਼ ਵਿੱਚ ਉਸਨੂੰ ਕੀ ਕਹਿੰਦੇ ਆ? you। The only second person is you। First person I and we, second person you and third person ਜਿਨ੍ਹਾਂ ਵਿਅਕਤੀਆਂ ਬਾਰੇ ਜਾਂ ਜਿਸ ਵਿਅਕਤੀ ਬਾਰੇ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਪੰਜਾਬੀ 'ਚ ਕੀ ਕਹਿੰਦੇ ਆ? ਉਹ ਇਸ ਤਰ੍ਹਾਂ ਦਾ ਹੈ, ਉਹ ਇਹ ਕੰਮ ਕਰਦਾ ਹੈ, ਉਹ ਹੁੰਦੇ ਆ ਥਰਡ ਪਰਸਨ। ਸੋ ਅਸੀਂ ਉਹਨਾਂ ਵਾਸਤੇ ਜਿਹੜੇ ਪ੍ਰੋਨਾਊਨਸ ਯੂਜ਼ ਕਰਦੇ ਆ ਉਹ ਹੁੰਦੇ ਆ he, she, it। ਇਹ ਸਾਰੇ ਆ ਗਏ, ਇਹ ਸਾਰੇ ਥਰਡ ਪਰਸਨਸ ਹੁੰਦੇ ਆ। ਔਰ ਸਭ ਤੋਂ ਪਹਿਲੀ ਗੱਲ ਤੁਸੀਂ ਇਹ ਹੁਣ ਧਿਆਨ ਦੇਣੀ ਹੈ ਕਿ ਥਰਡ ਪਰਸਨਸ ਜਿਹੜੇ ਸਿੰਗੂਲਰ ਹੋਣ, ਸਿੰਗੂਲਰ ਪਰਸਨਸ, ਉਹ
he, she, it, ਇਹ ਤਿੰਨੋਂ ਸਿੰਗੂਲਰ ਥਰਡ ਪਰਸਨਸ ਨੇ। ਇਹਨਾਂ ਦੇ ਨਾਲ ਜਦੋਂ ਅਸੀਂ verb ਦੀ ਫਰਸਟ ਫਾਰਮ ਲਗਾਉਣੀ ਹੈ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ, ਤੇ ਉਹਦੇ ਨਾਲ ਫਿਰ s ਜਾਂ es ਦੀ ਵਰਤੋਂ ਵੀ ਕਰਨੀ ਪਏਗੀ। ਫਰਸਟ ਐਂਡ ਸੈਕਿੰਡ ਪਰਸਨ, ਜਿਹੜੇ ਮੈਂ ਹੁਣੇ ਦੱਸਿਆ, ਫਰਸਟ ਪਰਸਨ I and we ਐਂਡ ਸੈਕਿੰਡ ਪਰਸਨ you, ਇਹਦੇ ਨਾਲ ਓਨਲੀ verb ਦੀ ਫਰਸਟ ਫਾਰਮ ਵਰਤੀ ਜਾਏਗੀ। ਕਰੈਕਟ। ਸਿਰਫ ਇਹ ਦੋ ਗੱਲਾਂ ਬੇਟਾ ਯਾਦ ਰੱਖੋ ਕਿ ਸਿੰਗੂਲਰ ਥਰਡ ਪਰਸਨ he, she, it ਦੇ ਨਾਲ verb ਦੀ ਫਰਸਟ ਫਾਰਮ ਲਗਾਉਣੀ ਹੈ, ਨਾਲ ਉਹਦੇ s ਜਾਂ es ਅਪਲਾਈ ਕਰਨਾ ਹੈ ਵਰਡ ਦੇ ਹਿਸਾਬ ਦੇ ਨਾਲ। ਕਿਤੇ s ਲੱਗਦਾ ਹੁੰਦਾ, ਕਿਤੇ es ਲੱਗਦਾ ਹੁੰਦਾ। ਤੇ ਫਰਸਟ ਤੇ ਸੈਕਿੰਡ ਪਰਸਨ I, we ਤੇ you ਦੇ ਨਾਲ verb ਦੀ ਫਰਸਟ ਫਾਰਮ ਇਕੱਲੀ ਆਉਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਨੈਗੇਟਿਵ ਜਾਂ ਇੰਟੈਰੋਗੇਟਿਵ ਸੈਂਟੈਂਸਸ ਬਣਾਉਂਦੇ ਹਾਂ, ਤੇ ਇਹਨਾਂ ਦੇ ਅਕੋਰਡਿੰਗਲੀ ਹੀ ਜਦੋਂ ਤੇ ਥਰਡ ਪਰਸਨ ਸਿੰਗੂਲਰ ਹੈ ਤਾਂ ਉਦੋਂ does plus verb ਦੀ ਫਰਸਟ ਫਾਰਮ ਆਏਗੀ। ਜਦੋਂ ਫਰਸਟ ਤੇ ਸੈਕਿੰਡ ਪਰਸਨ ਦੇ ਨਾਲ verb ਦੀ ਫਰਸਟ ਫਾਰਮ ਇਕੱਲੀ ਲੱਗਦੀ ਹੈ ਤਾਂ ਉੱਥੇ ਫਿਰ do ਤੇ verb ਦੀ ਫਰਸਟ ਫਾਰਮ ਆ ਜਾਏਗੀ। ਕਰੈਕਟ। ਹੁਣ ਅਸੀਂ ਇੱਥੇ ਇਸ ਟੇਬਲ ਤੋਂ ਅਸੀਂ ਦੇਖਦੇ ਹਾਂ ਅਫਰਮੇਟਿਵ ਸਧਾਰਨ ਵਾਕ ਜਿਹੜੇ ਹੁੰਦੇ ਆ ਹਾਂ ਵਾਚਕ, ਫਿਰ ਨੈਗੇਟਿਵ ਤੇ ਇੰਟੈਰੋਗੇਟਿਵ। ਅਫਰਮੇਟਿਵ ਜਿਹੜੇ ਸੈਂਟੈਂਸਸ ਨੇ ਸਧਾਰਨ ਹਾਂ ਵਾਚਕ ਵਾਕ, ਉਹਨਾਂ ਦੇ ਵਿੱਚ I, you, we, they ਇਹ ਸਾਰੇ ਪਲੂਰਲਸ ਵਾਂਗ ਅਸੀਂ ਟਰੀਟ ਕਰਦੇ ਹਾਂ, ਤੇ ਉਹਨਾਂ ਦੇ ਨਾਲ verb ਦੀ ਫਰਸਟ ਫਾਰਮ ਆਉਂਦੀ ਹੈ। ਜਦੋਂ ਇਹਨਾਂ ਦੀ ਨੈਗੇਟਿਵ ਫਾਰਮ ਬਣਾਉਂਦੇ ਆ ਤਾਂ don't plus verb ਦੀ ਫਰਸਟ ਫਾਰਮ ਆ ਜਾਂਦੀ ਹੈ। ਇਸੇ ਤਰ੍ਹਾਂ ਇਹ ਸਿੰਗੂਲਰ ਥਰਡ ਪਰਸਨਸ ਨੇ he, she, it, ਇਹਨਾਂ ਨਾਲ verb ਦੀ ਫਰਸਟ ਫਾਰਮ ਪਲੱਸ es ਜਾਂ s ਲੱਗ ਜਾਂਦਾ ਹੈ। ਔਰ ਨੈਗੇਟਿਵ ਸੈਂਟੈਂਸ ਬਣਾਉਣ ਲੱਗਿਆਂ does not plus verb ਦੀ ਫਰਸਟ ਫਾਰਮ ਆਉਂਦੀ ਹੈ। ਔਰ ਇੰਟੈਰੋਗੇਟਿਵ ਦੇ ਵਿੱਚ ਕੀ ਹੁੰਦਾ ਹੈ, do ਜਾਂ does depending upon their subjects, do ਲੱਗਦਾ ਹੈ ਜਾਂ does ਜੋ ਵੀ ਲੱਗਣਾ ਉਹ ਸੈਂਟੈਂਸ ਦੇ ਸ਼ੁਰੂ ਵਿੱਚ ਆ ਜਾਂਦਾ ਹੈ, ਮਤਲਬ ਕਿ ਸਬਜੈਕਟ ਤੋਂ ਪਹਿਲਾਂ do ਜਾਂ does ਦੀ ਵਰਤੋਂ ਹੁੰਦੀ ਹੈ। ਠੀਕ ਹੈ, ਫਿਰ ਸਬਜੈਕਟ ਆਉਂਦਾ ਔਰ ਫਿਰ verb ਦੀ ਫਰਸਟ ਫਾਰਮ ਤੇ ਐਂਡ ਵਿੱਚ ਇੰਟੈਰੋਗੇਟਿਵ ਸਾਈਨ। ਸੋ ਇਹਨਾਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਅਸੀਂ ਦੀ ਪ੍ਰੈਕਟਿਸ ਕਰਦੇ ਹਾਂ। ਪ੍ਰੈਜ਼ੈਂਟ ਇੰਡੈਫੀਨਿਟ ਟੈਂਸ, ਵਿਦਿਆਰਥੀ ਹਰ ਰੋਜ਼ ਮੈਦਾਨ ਵਿੱਚ ਖੇਡਦੇ ਹਨ। ਹੁਣ ਪੰਜਾਬੀ ਦੇ ਵਿੱਚ ਤੁਸੀਂ ਕਿਵੇਂ ਪਹਿਚਾਣ ਕਰੋਗੇ ਕਿ ਇਹ ਜਿਹੜਾ ਸੈਂਟੈਂਸ ਹੈ, ਵਾਕ ਹੈ, ਇਹ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੀ ਹੈ? ਕਿਵੇਂ ਪਤਾ ਲੱਗੇਗਾ? ਕੁਛ ਤਾਂ ਇਹੋ ਜਿਹੀ ਗੱਲ ਹੋਣੀ ਚਾਹੀਦੀ ਹੈ ਨਾ ਜਿਹਦੇ ਨਾਲ ਪਤਾ ਲੱਗੇ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ ਔਰ ਅਸੀਂ ਉਹਦੇ ਪ੍ਰੈਜ਼ੈਂਟ ਇੰਡੈਫੀਨਿਟ ਤੇ ਹੀ ਰੂਲਸ ਅਪਲਾਈ ਕਰਨੇ ਇਸ ਵਾਕ ਦੇ ਉੱਪਰ। ਸੋ ਬਹੁਤ ਈਜ਼ੀ ਹੈ ਬੱਚਿਓ। ਜਿਨ੍ਹਾਂ ਵਾਕਾਂ ਦੇ ਅਖੀਰ ਵਿੱਚ ਦਾ ਹੈ, ਦੀ ਹੈ, ਦੀਆਂ ਹਨ, ਦੇ ਹਨ ਲੱਗਦਾ ਹੈ, ਉਹ ਸਾਰੇ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੁੰਦੇ ਹਨ। Clear? Let's make the sentence. The students play in the ground every day. ਹਰ ਰੋਜ਼ every day. ਡੇਲੀ ਵੀ ਲਿਖ ਸਕਦੇ ਹੋ, everyday ਵੀ ਲਿਖ ਸਕਦੇ ਹੋ। ਹੁਣ ਦੇਖੋ ਬੇਟੇ, ਇਹ ਵਿਦਿਆਰਥੀ ਜ਼ਿਆਦਾ ਨੇ, ਪਲੂਰਲ ਦੇ ਨਾਲ ਹੁਣੇ ਅਸੀਂ ਪੜ੍ਹ ਕੇ ਹਟੇ ਹਾਂ, ਪਲੂਰਲ ਦੇ ਨਾਲ ਕੱਲੀ verb ਦੀ ਫਰਸਟ ਫਾਰਮ ਆਏਗੀ। ਠੀਕ ਹੈ, ਇਹ ਦੇਖੋ ਖੇਡਣ ਦੀ ਇੰਗਲਿਸ਼ play ਹੁੰਦਾ ਤਾਂ ਸਿੰਪਲੀ play ਆ ਗਿਆ। The students play in the ground every day, ਇਹਨੂੰ ਕੁਛ ਵੀ ਨਹੀਂ ਕਰਨਾ, ਨਾ ਇਹਦੇ ਨਾਲ s ਜਾਂ es ਜਾਂ ਇਹਦੀ ਸੈਕਿੰਡ ਨਾ ਥਰਡ, ਕੁਛ ਵੀ ਨਹੀਂ, ਸਿੰਪਲੀ ਫਰਸਟ ਫਾਰਮ verb ਦੀ ਬੇਸ ਫਾਰਮ ਫਰਸਟ ਫਾਰਮ ਆ ਜਾਏਗੀ। ਮੈਂ ਆਪਣੇ ਮਾਤਾ ਪਿਤਾ ਦਾ ਦਿਲੋਂ ਸਤਿਕਾਰ ਕਰਦਾ ਹਾਂ। I respect, I ਕੌਣ ਹੈ? ਫਰਸਟ ਪਰਸਨ I ਤੇ we ਹੋ ਸਕਦੇ ਆ, ਇਹਨੂੰ ਅਸੀਂ ਪਲੂਰਲ ਵਾਂਗ ਹੀ ਟਰੀਟ ਕਰਾਂਗੇ ਤਾਂ verb ਦੀ ਫਰਸਟ ਫਾਰਮ ਕੱਲੀ ਆਏਗੀ। I respect my parents from the core of my heart, ਦਿਲੋਂ, from the core of my heart, subject I plus verb ਦੀ ਫਰਸਟ ਫਾਰਮ। ਨੈਕਸਟ ਹੈ ਸਤਜੋਤ DAV ਕਾਲਜ ਜਲੰਧਰ ਵਿਖੇ ਪੜ੍ਹਦਾ ਹੈ। ਸੋ ਸਤਜੋਤ ਪੜ੍ਹਨ ਦੀ ਇੰਗਲਿਸ਼ ਸਟੱਡੀ, ਸਤਜੋਤ ਸਟੱਡੀਜ਼। ਹੁਣ ਦੇਖੋ ਇਹ ਸਟੱਡੀਜ਼ ਕਿਵੇਂ ਬਣ ਗਿਆ? ਪੜ੍ਹਨ ਨੂੰ ਸਟੱਡੀ ਕਹਿੰਦੇ ਆ, STUDY, Y ਨੂੰ ਰਿਮੂਵ ਕਰਕੇ IES, ਕਿਉਂਕਿ ਇਹ ਸਿੰਗੂਲਰ ਹੈ। ਸਬਜੈਕਟ ਇੱਕ ਵਚਨ ਹੋਣ ਕਰਕੇ verb ਦੀ ਫਰਸਟ ਫਾਰਮ ਨਾਲ S ਜਾਂ ES ਲੱਗਦਾ ਹੈ। ਜੇ Y ਪਿੱਛੇ ਆਇਆ ਹੋਇਆ ਸੀ ਤਾਂ ਉਹਨੂੰ ਹਟਾ ਕੇ IES। ਸਤਜੋਤ ਸਟੱਡੀਜ਼ ਇਨ DAV ਕਾਲਜ ਜਲੰਧਰ। ਪ੍ਰਿੰਸੀਪਲ ਅੱਧੀ ਛੁੱਟੀ ਦੇ ਸਮੇਂ ਸਕੂਲ ਦਾ ਚੱਕਰ ਲਗਾਉਂਦਾ ਹੈ। The ਪ੍ਰਿੰਸੀਪਲ, ਚੱਕਰ ਲਗਾਉਣਾ, ਟੇਕਸ ਅਰਾਊਂਡ। ਪ੍ਰਿੰਸੀਪਲ ਵੀ ਇੱਕ ਵਚਨ ਹੈ, ਸੋ ਇਸ ਕਰਕੇ ਟੇਕ ਦੇ ਨਾਲ S ਲੱਗ ਗਿਆ। Takes a round of the school during recess. Next, ਅਸੀਂ ਸੜਕ ਦੇ ਨਿਯਮਾਂ ਦਾ ਪਾਲਣ ਕਰਦੇ ਹਾਂ।
ਅਸੀਂ ਕੌਣ ਹੈ? ਵੀ। ਅਸੀਂ ਜ਼ਿਆਦਾ ਜਣੇ ਆ ਤਾਂ verb ਦੀ ਫਸਟ ਫਾਰਮ ਕੱਲੀ ਆਏਗੀ, we obey the traffic rules। ਨੈਕਸਟ, ਸੀਤਾ ਆਪਣੇ ਭਰਾ ਨਾਲ ਬਾਜ਼ਾਰ ਨਹੀਂ ਜਾਂਦੀ ਹੈ। ਸੀਤਾ ਇੱਕ ਹੈ, ਨਾਲੇ ਨੈਗੇਟਿਵ ਆ ਗਿਆ। ਹੁਣ ਸੀਤਾ ਇੱਕ ਵਚਨ ਹੈ ਔਰ ਨਾਲੇ ਨੈਗੇਟਿਵ ਸੈਂਟੈਂਸ ਆ ਗਿਆ। ਹੁਣ ਧਿਆਨ ਦਿਓ ਬੇਟੇ, ਤੁਸੀਂ ਬਹੁਤ ਧਿਆਨ ਨਾਲ ਦੇਖਿਓ। ਸੀਤਾ ਕਿਉਂਕਿ ਇੱਕ ਵਚਨ ਹੈ, ਡਜ਼ ਨਾਟ। ਫਿਰ ਜਦੋਂ ਡਜ਼ ਨਾਟ ਲੱਗ ਗਿਆ, ਫਿਰ ਇੱਕ ਵਚਨ ਦੇ ਨਾਲ verb ਦੀ ਫਸਟ ਫਾਰਮ ਕੱਲੀ ਆਏਗੀ। ਅਦਰਵਾਈਜ਼ ਇੱਕ ਵਚਨ ਦੇ ਨਾਲ ਕੀ ਹੁੰਦਾ ਸੀ, verb ਦੀ ਫਸਟ ਫਾਰਮ ਨਾਲ ਐਸ ਜਾਂ ਈਐਸ ਲਗਾਇਆ ਜਾਂਦਾ ਹੈ। ਲੇਕਿਨ ਜਦੋਂ ਡਜ਼ ਆਲਰੇਡੀ ਲੱਗ ਗਿਆ, ਇਟ ਮੀਨਸ ਕਿ ਐਸ ਜਾਂ ਈਐਸ ਆਲਰੇਡੀ ਅਪਲਾਈ ਹੋ ਚੁੱਕਿਆ। ਹੁਣ verb ਦੀ ਫਸਟ ਫਾਰਮ ਜਿਹੜੀ ਆ ਉਹ ਐਜ਼ ਇਟ ਇਜ਼ ਸਿੰਪਲੀ ਪਲੇਨ ਬੇਸ ਫਾਰਮ ਲੱਗੇਗੀ, ਐਸ ਜਾਂ ਈਐਸ ਨਹੀਂ ਆਏਗਾ। ਸੋ ਸੀਤਾ ਡਜ਼ ਨਾਟ ਗੋ ਟੂ ਦ ਮਾਰਕੀਟ with her brother। ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਹੋ। this is also a negative sentence। ਤੁਸੀਂ ਕੌਣ ਹੁੰਦੇ? you। you ਹੁਣ ਪਲੂਰਲ ਹੈ। you ਨੂੰ ਅਸੀਂ ਪਲੂਰਲ ਵਾਂਗ ਹੀ ਟਰੀਟ ਕਰਦੇ ਹਾਂ, ਈਦਰ ਉਹ ਭਾਵੇਂ ਇੱਕ ਜਣਾ ਹੈ ਜਾਂ ਜ਼ਿਆਦਾ ਨੇ, ਅਸੀਂ you ਨੂੰ you ਹੀ ਕਹਿਣਾ, ਲੇਕਿਨ ਉਹ ਹਮੇਸ਼ਾ ਅਸੀਂ ਪਲੂਰਲ ਵਾਂਗ ਹੀ ਟਰੀਟ ਕਰਨਾ। ਸੋ ਜਦੋਂ ਪਲੂਰਲ ਸਬਜੈਕਟ ਹੁੰਦਾ ਤਾਂ ਫਿਰ does not ਜਾਂ verb ਦੀ ਫਸਟ ਫਾਰਮ ਨਾਲ ਐਸ ਜਾਂ ਈਐਸ ਨਹੀਂ ਲੱਗਦਾ, ਸਿੰਪਲੀ don't, do not, you do not like me। ਅੱਜ ਕੱਲ੍ਹ ਵਿਦਿਆਰਥੀ ਪੜ੍ਹਾਈ ਤੋਂ ਜੀ ਨਹੀਂ ਚੁਰਾਉਂਦੇ ਹਨ, ਨੈਗੇਟਿਵ। ਦ ਸਟੂਡੈਂਟਸ, ਇਹ ਵੀ ਜ਼ਿਆਦਾ ਨੇ, ਸਟੂਡੈਂਟਸ ਪਲੂਰਲ ਨੇ, ਹੈ ਨਾ, ਪਲੂਰਲ ਨੇ ਤਾਂ ਇੱਥੇ do not ਲੱਗੇਗਾ। ਸਿੰਗੂਲਰ ਸਬਜੈਕਟ ਨਾਲ does not, ਪਲੂਰਲ ਦੇ ਨਾਲ do not। clear? do not shirk studies these days। the students do not shirk studies these days। ਪੜ੍ਹਾਈ ਤੋਂ ਜੀ ਚੁਰਾਉਣਾ shirk। ਜੇ ਕੰਮ ਤੋਂ ਜੀ ਚੁਰਾਉਣਾ ਹੋਵੇ, shirk work ਆ ਜਾਣਾ। ਉਹ ਮੇਰੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੀ ਹੈ। ਹੁਣ ਉਹ ਇੱਕ ਹੈ, ਲੜਕੀ ਇੱਕ ਹੈ, ਸੋ ਸਿੰਗੂਲਰ ਦੇ ਨਾਲ does not। she does not pay any attention to me। ਉਹ ਆਟਾ ਗੁੰਨਣਾ ਨਹੀਂ ਜਾਣਦਾ ਹੈ, ਹੈ ਨਾ, ਜਾਣਦਾ ਹੈ ਮਤਲਬ boy ਹੈ, ਸੋ he ਇੱਕ ਹੈ, ਇਸ ਕਰਕੇ does not। he does not know how to knead flour। ਕੀ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ? ਇੰਟੈਰੋਗੇਟਿਵ ਕੁਐਸਚਨ ਵਾਲਾ ਵਾਕ ਆ ਗਿਆ। ਹੁਣ ਦੇਖਦੇ ਹਾਂ ਕਿ ਕੀ ਕਰਨਾ ਹੈ। ਹੁਣ ਸਬਜੈਕਟ ਦੇਖੋ ਬੇਟੇ, ਸਬਜੈਕਟ ਕੀ ਹੈ ਇੱਥੇ? ਤੁਸੀਂ। you is always plural। ਪਲੂਰਲ ਦੇ ਨਾਲ do ਲੱਗਣਾ ਸੀ, ਉਹ do ਜਿਹੜਾ ਉਹ ਪਹਿਲਾਂ ਬਾਹਰ ਆ ਗਿਆ। ਕਲੀਅਰ? ਤੁਸੀਂ ਸਬਜੈਕਟ ਵੱਲ ਧਿਆਨ ਦੇਣਾ। ਸਬਜੈਕਟ ਇੱਕ ਵਚਨ ਹੈ ਕਿ ਜਾਂ ਬਹੁਵਚਨ ਹੈ। ਜੇ ਤਾਂ ਇੱਕ ਵਚਨ ਹੈ, ਸਿੰਗੂਲਰ ਹੈ, ਤਾਂ ਇੱਥੇ does ਆ ਜਾਣਾ ਸੀ। ਜੇ ਹੁਣ ਇਹ ਪਲੂਰਲ ਹੈ, ਤੁਸੀਂ you always plural ਹੀ ਹੁੰਦਾ, ਤਾਂ ਉੱਤੇ ਫਿਰ do ਲੱਗ ਜਾਣਾ। ਠੀਕ ਹੈ? do you live in a rented house। ਫਿਰ ਜਦੋਂ do does ਲੱਗ ਜਾਂਦਾ ਹੈ ਤਾਂ ਫਿਰ ਇੱਥੇ verb ਦੀ ਫਸਟ ਫਾਰਮ ਸਿੰਪਲੀ ਪਲੇਨ ਫਸਟ ਫਾਰਮ ਆਉਂਦੀ ਹੈ, ਉਹਦੇ ਨਾਲ ਐਸ ਜਾਂ ਈਐਸ ਨਹੀਂ ਲੱਗਦਾ, ਕਦੀ ਵੀ ਨਹੀਂ ਲੱਗਦਾ, ਭਾਵੇਂ ਸਿੰਗੂਲਰ ਹੋਵੇ ਭਾਵੇਂ ਪਲੂਰਲ ਹੋਵੇ। ਜਦੋਂ do ਜਾਂ does ਲੱਗ ਗਿਆ, ਫਿਰ verb ਦੀ ਫਸਟ ਫਾਰਮ ਇਕੱਲੀ ਆਏਗੀ। ਕੀ ਅਧਿਆਪਕ ਵਿਦਿਆਰਥੀਆਂ ਨੂੰ ਸਜ਼ਾ ਦਿੰਦਾ ਹੈ? ਹੁਣ ਅਧਿਆਪਕ ਇੱਕ ਹੈ, ਹਨਾ, ਇੱਕ ਹੈ, ਦਿੰਦਾ ਹੈ ਤੋਂ ਪਤਾ ਲੱਗਦਾ ਹੈ ਕਿ ਉਹ ਸਿੰਗੂਲਰ ਹੈ। ਸੋ ਜੇ ਸਿੰਗੂਲਰ ਹੈ ਤਾਂ ਸਿੰਗੂਲਰ ਦੇ ਇੰਟੈਰੋਗੇਟਿਵ ਦੇ ਵਾਸਤੇ ਕੀ ਕਰਨਾ ਹੁੰਦਾ ਹੈ? ਅਸੀਂ ਪਿੱਛੇ ਪੜ੍ਹਿਆ, ਸਿੰਗੂਲਰ ਸਬਜੈਕਟ ਦੇ ਨਾਲ ਜਦੋਂ ਨੈਗੇਟਿਵ ਜਾਂ ਇੰਟੈਰੋਗੇਟਿਵ ਹੋਵੇ ਤਾਂ does ਲੱਗਦਾ ਹੈ। ਹੁਣ ਕਿਉਂਕਿ ਇੰਟੈਰੋਗੇਟਿਵ ਹੈ, does ਆ ਗਿਆ ਬਾਹਰ, ਸਬਜੈਕਟ ਤੋਂ ਪਹਿਲਾਂ ਆ ਗਿਆ, ਸਬਜੈਕਟ ਹੋ ਗਿਆ the teacher, ਹੈ ਨਾ, ਅਧਿਆਪਕ। does the teacher punish the students? question mark। clear? ਕੀ ਉਹ ਸਵੈਟਰ ਨਹੀਂ ਬੁਣਦੀ ਹੈ? ਉਹ ਬੁਣਦੀ ਹੈ, ਲੜਕੀ ਹੈ, ਇੱਕ ਲੜਕੀ ਹੈ। ਸਬਜੈਕਟ ਜਿਹੜਾ ਉਹ ਸਿੰਗੂਲਰ ਆ ਗਿਆ। ਸਭ ਤੋਂ ਪਹਿਲਾਂ ਅਸੀਂ ਸਬਜੈਕਟ ਦੇਖਣਾ ਹੈ, ਉਹਦੇ ਹਿਸਾਬ ਨਾਲ ਫਿਰ ਅਸੀਂ ਸੈਂਟੈਂਸ ਦੀ ਸ਼ੁਰੂਆਤ ਕਰਨੀ ਹੈ ਨਾ। ਜੇ ਸਬਜੈਕਟ ਦਾ ਹੀ ਨਹੀਂ ਪਤਾ ਲੱਗੇਗਾ ਕਿ ਉਹ ਸਿੰਗੂਲਰ ਹੈ ਜਾਂ ਪਲੂਰਲ ਹੈ, ਫਿਰ ਅਸੀਂ do ਜਾਂ does ਕਿਵੇਂ ਲਗਾਵਾਂਗੇ? ਸਭ ਤੋਂ ਪਹਿਲਾਂ ਇਸ ਕਰਕੇ ਸਬਜੈਕਟ ਵੱਲ ਧਿਆਨ ਦੇਣਾ ਕਿ ਬੁਣਦੀ ਹੈ, ਇੱਕ ਲੜਕੀ ਹੈ, ਸਿੰਗੂਲਰ ਹੈ ਤਾਂ does ਆਏਗਾ। ਨਹੀਂ ਬੁਣਦੀ ਹੈ ਤਾਂ does not ਆਏਗਾ। ਨਹੀਂ ਹੈ ਨਾ, ਨੈਗੇਟਿਵ ਹੈ, ਨੈਗੇਟਿਵ ਵੀ ਹੈ, ਇੰਟੈਰੋਗੇਟਿਵ ਵੀ ਹੈ। ਸੋ ਇੱਥੇ ਆਏਗਾ doesn't, does not, doesn't she knit a sweater? question mark। ਕੀ ਅਸੀਂ ਸ਼ਾਮ ਨੂੰ ਖੇਡਣ ਜਾਂਦੇ ਹਾਂ? ਹੁਣ ਇੱਥੇ ਸਬਜੈਕਟ ਕੀ ਹੈ? ਅਸੀਂ। this is also plural। ਸੋ ਇਹਦੇ ਨਾਲ ਕੀ ਲੱਗੇਗਾ? do ਕਿ does? right, do ਲੱਗੇਗਾ। so do we go to play in the evening? ਕੀ ਦਾਦਾ ਜੀ ਰੋਜ਼ ਮੰਦਰ ਜਾਂਦੇ ਹਨ?
ਹੁਣ ਦਾदा जी देखो जी, एक ही दादा जी है ना, सिंगुलर है ना, सिंगुलर है तो फिर डस ग्रैंडफादर गो टू द टेंपल एवरी डे, क्वेश्चन मार्क। सो एक क्वेश्चन मार्क बेटे मैं हर वार बोलती हाँ, क्वेश्चन मार्क ये जरूरी चीज़ है। ये तुसीं जदों इंटैरोगेटिव सेंटेंसेस लिखने हैं, डोंट स्किप द इंटैरोगेशन मार्क। इन्हां दी एग्जांपल्स करांगे असीं। ਉਹ ਹਮੇਸ਼ਾ ਸੱਚ ਬੋਲਦਾ ਹੈ ਦਾ ਹੈ। ਹੁਣ ਬੇਟੇ ਪ੍ਰੈਜ਼ੈਂਟ ਇੰਡੈਫੀਨਿਟ ਦੀ ਪਹਿਚਾਣ ਅੱਛੀ ਤਰ੍ਹਾਂ ਮਨ ਵਿੱਚ ਵਸਾ ਲਓ ਕਿ ਜਿਨ੍ਹਾਂ ਪੰਜਾਬੀ ਦੇ ਵਿੱਚ ਸੈਂਟੈਂਸਿਸ ਦੇ ਐਂਡ ਵਿੱਚ ਅਖੀਰ ਵਿੱਚ ਦਾ ਹੈ, ਦੀ ਹੈ ਵਗੈਰਾ ਲੱਗਦਾ ਹੈ, ਤਾਂ ਉਹ ਜਿਹੜਾ ਹੈ ਉਹ ਹਮੇਸ਼ਾ ਕੀ ਹੁੰਦਾ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ। ਉਹਦੇ ਵਿੱਚ ਫਿਰ ਰੂਲਸ ਕੀ ਲੱਗਣੇ ਨੇ, ਸਬਜੈਕਟ ਨਾਲ ਵਰਬ ਦੀ ਫਰਸਟ ਫਾਰਮ ਨਾਲ ਐਸ ਜਾਂ ਈਐਸ ਸਿੰਪਲ ਸੈਂਟੈਂਸਸ 'ਚ, ਤੇ ਇੰਟੈਰੋਗੇਟਿਵ ਤੇ ਨੈਗੇਟਿਵ 'ਚ ਡੂ ਜਾਂ ਡਸ। ਸੋ ਉਹ ਹਮੇਸ਼ਾ ਸੱਚ ਬੋਲਦਾ ਹੈ, ਇੱਕ ਵਿਅਕਤੀ ਹੈ, ਲੜਕਾ ਹੈ, ਤਾਂ ਉਹ ਕੌਣ ਹੁੰਦਾ ਫਿਰ, ਹੀ ਆਲਵੇਜ਼, ਹਮੇਸ਼ਾ ਹੀ ਆਲਵੇਜ਼ ਸਪੀਕਸ ਦ ਟਰੁਥ। ਸਪੀਕ ਦੇ ਨਾਲ ਕੀ ਆ ਗਿਆ ਹੁਣ, ਐਸ। ਸਪੀਕ ਦੇ ਨਾਲ ਐਸ ਕਿਉਂ ਆ ਗਿਆ, ਧਿਆਨ ਦੇਣਾ ਹੁਣ ਬੇਟੇ, ਬਹੁਤ ਮੈਂ ਬਾਰ-ਬਾਰ ਇਸ ਗੱਲ ਨੂੰ ਰਿਪੀਟ ਕਰ ਰਹੀ ਹਾਂ ਤਾਂ ਕਿ ਜਰਾ ਜਿੰਨਾ ਵੀ ਤੁਹਾਡੇ ਦਿਮਾਗ 'ਚ ਅਗਰ ਕੋਈ ਮਨ ਵਿੱਚ ਡਾਊਟ ਹੈ ਤਾਂ ਉਹ ਕਲੀਅਰ ਹੋ ਜਾਏ। ਸਿੰਗੂਲਰ ਸਬਜੈਕਟ ਹੈ, ਇੱਕ ਵਚਨ ਕਰਤਾ ਹੈ, ਤਾਂ ਉਹਦੇ ਨਾਲ ਵਰਬ ਦੀ ਫਰਸਟ ਫਾਰਮ ਨਾਲ ਐਸ ਜਾਂ ਈਐਸ ਆਉਂਦਾ ਹੈ। ਮੈਂ ਸਕੂਲ ਜਾਂਦਾ ਹਾਂ, ਹੁਣ ਇੱਥੇ ਮੈਂ ਸਬਜੈਕਟ ਕੌਣ ਹੈ, ਮੈਂ। ਆਏ ਤੇ ਵੀ ਜਿਹੜੇ ਸਬਜੈਕਟਸ ਨੇ ਉਹ ਪਲੂਰਲ ਵਾਂਗ ਹੀ ਉਹਨਾਂ ਨੂੰ ਅਸੀਂ ਟਰੀਟ ਕਰਦੇ ਹਾਂ। ਮੈਂ ਭਾਵੇਂ ਇੱਕ ਵਿਅਕਤੀ ਹੈ ਲੇਕਿਨ ਫਿਰ ਵੀ ਅਸੀਂ ਇਹਨੂੰ ਬਹੁਵਚਨ ਵਾਂਗ ਟਰੀਟ ਕਰਕੇ ਇਹਦੇ ਉੱਤੇ ਬਹੁਵਚਨ ਵਾਲੇ ਪਲੂਰਲ ਵਾਲੇ ਰੂਲਸ ਅਪਲਾਈ ਕਰਨੇ। ਕਲੀਅਰ। ਆਏ ਦੇ ਨਾਲ ਫਿਰ ਹੁਣ ਜਾਣ ਦੀ ਇੰਗਲਿਸ਼ ਤਾਂ ਤੁਹਾਨੂੰ ਪਤਾ ਹੀ ਹੈ, ਗੋ ਹੁੰਦੀ ਹੈ, ਤੇ ਆਏ ਦੇ ਨਾਲ ਗੋ ਹੀ ਲੱਗੇਗਾ, ਐਸ ਜਾਂ ਈ ਐਸ ਇੱਥੇ ਨਹੀਂ ਲੱਗਣਾ ਕਿਉਂਕਿ ਆਏ ਨੂੰ ਪਲੂਰਲ ਵਾਂਗ ਹੀ ਟਰੀਟ ਕਰਨਾ ਹੈ। ਆਈ ਗੋ ਟੂ ਸਕੂਲ। ਉਹ ਬਹੁਤ ਤੇਜ਼ ਦੌੜਦੀ ਹੈ, ਪਤਾ ਲੱਗਦਾ ਵੀ ਦੌੜਦੀ ਹੈ, ਇੱਕ ਲੜਕੀ ਹੈ, ਇੱਕ ਹੈ ਤੇ ਨਾਲ ਦੀ ਨਾਲ ਉਹ ਲੜਕੀ ਹੈ। ਸੋ ਸ਼ੀ ਰਨਸ ਵੈਰੀ ਫਾਸਟ। ਰਨ ਦੇ ਨਾਲ ਕੀ ਲੱਗ ਗਿਆ, ਐਸ। ਕਿਉਂ ਲੱਗਿਆ, ਕਿਉਂਕਿ ਇੱਕ ਵਚਨ ਹੈ, ਕਰਤਾ ਸਬਜੈਕਟ ਇੱਕ ਵਚਨ ਹੈ, ਲੜਕੀ ਇੱਕ ਹੈ। ਜੇ ਜ਼ਿਆਦਾ ਲੜਕੀਆਂ ਹੁੰਦੀਆਂ ਤਾਂ ਇੱਥੇ ਫਿਰ ਕੀ ਆਉਣਾ ਸੀ, ਦੇ ਰਨ ਵੈਰੀ ਫਾਸਟ। ਇੱਥੇ ਬਣ ਜਾਣਾ ਸੀ ਦੇ ਪਲੂਰਲ, ਔਰ ਇੱਥੇ ਫਿਰ ਵਰਬ ਦੀ ਇਕੱਲੀ ਪਹਿਲੀ ਫਾਰਮ ਆਣੀ ਸੀ। ਕਲੀਅਰ। ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਦਿਸ ਇਜ਼ ਅ ਯੂਨੀਵਰਸਲ ਟਰੂਥ, ਸੱਚਾਈ ਹੈ ਨਾ, ਅਟਲ ਸੱਚਾਈ ਹੈ। ਦ ਸਨ ਰਾਈਜ਼ਸ ਇਨ ਦ ਈਸਟ, ਅਸੀਂ ਪਹਿਲਾਂ ਪੜ੍ਹਿਆ ਕਿ ਇਹ ਜਿਹੜੀਆਂ ਅਟਲ ਸੱਚਾਈਆਂ ਹੁੰਦੀਆਂ, ਕੋਈ ਸੱਚਾਈ ਨੂੰ ਦੱਸਣਾ ਹੋਵੇ ਤਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ ਵਰਤੋਂ ਹੁੰਦੀ ਹੈ। ਦ ਸਨ ਇੱਕੋ ਹੀ ਹੈ, ਦ ਸਨ ਇੱਕੋ ਹੀ ਹੈ, ਤਾਂ ਰਾਈਜ਼ ਦੇ ਨਾਲ ਐਸ ਲੱਗ ਜਾਏਗਾ। ਪ੍ਰਿਥਵੀ ਸੂਰਜ ਦੁਆਲੇ ਘੁੰਮਦੀ ਹੈ, ਦਿਸ ਇਜ਼ ਆਲਸੋ ਅ ਯੂਨੀਵਰਸਲ ਟਰੂਥ। ਇਹਦੇ ਵਿੱਚ ਵੀ ਅਰਥ ਜਿਹੜੀ ਹੈ ਉਹ ਇੱਕੋ ਹੀ ਹੈ। ਦ ਅਰਥ ਰਿਵੋਲਵ ਕਰਨਾ, ਘੁੰਮਣਾ, ਨਾਲ ਐਸ, ਰਿਵੋਲਵਸ ਅਰਾਊਂਡ ਦ ਸਨ। ਸੱਚ ਕੌੜਾ ਹੁੰਦਾ ਹੈ, ਦਿਸ ਇਜ਼ ਆਲਸੋ ਯੂਨੀਵਰਸਲ ਟਰੂਥ, ਸੱਚਾਈ ਹੈ ਨਾ ਇਹ ਵੀ। ਟਰੂਥ ਟੇਸਟਸ ਬਿਟਰ, ਕੌੜੇ ਦੀ ਇੰਗਲਿਸ਼ ਬਿਟਰ, ਤੇ ਟੇਸਟ ਦੇ ਨਾਲ ਕੀ ਲੱਗ ਗਿਆ, ਐਸ, ਕਿਉਂਕਿ ਟਰੁਥ ਇੱਕ ਵਚਨ ਇੱਥੇ ਹੈ। ਟਰੁਥ ਟੇਸਟਸ ਬਿਟਰ। ਇੱਕ ਵਾਰ ਫਿਰ ਇਸ ਨੂੰ ਸਮਰਾਈਜ਼ ਕਰਦੇ ਹਾਂ, ਰਿਵਾਈਜ਼ ਕਰਦੇ ਹਾਂ ਕਿ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਪੰਜਾਬੀ ਵਿੱਚ ਗੱਲਬਾਤ ਕਰਦੇ ਹਾਂ, ਹੁਣ ਤੁਸੀਂ ਬਿਲਕੁਲ ਧਿਆਨ ਨਾਲ ਸਮਝ ਲਿਓ, ਜਦੋਂ ਪੰਜਾਬੀ ਵਿੱਚ ਗੱਲਬਾਤ ਕਰਦੇ ਹਾਂ ਕਿਸੇ ਵਾਕ ਦੇ ਅੰਤ ਵਿੱਚ ਦਾ ਹੈ, ਦੀ ਹੈ, ਦੀਆਂ ਹਨ, ਦੇ ਹਨ ਆਦਿ ਲੱਗਦਾ ਹੈ, ਤਾਂ ਅੰਗਰੇਜ਼ੀ ਵਿੱਚ ਇਸ ਨੂੰ ਇਸ ਤਰ੍ਹਾਂ ਲਿਖਦੇ ਹੈ ਕਿ ਸਬਜੈਕਟ ਪਹਿਲਾਂ ਆਉਂਦਾ ਹੈ ਪਲੱਸ ਵਰਬ ਦੀ ਫਰਸਟ ਫਾਰਮ ਨਾਲ ਐਸ ਜਾਂ ਈ ਐਸ ਪਲੱਸ ਆਬਜੈਕਟਿਵ ਵੈਲਿਊ। ਹੁਣ ਕਿੱਥੇ ਐਸ ਜਾਂ ਈ ਐਸ ਲੱਗਦਾ ਹੈ, ਇੱਕ ਵਚਨ ਕਰਤਾ ਦੇ ਨਾਲ ਵਰਬ ਦੀ ਫਰਸਟ ਫਾਰਮ ਨਾਲ ਐਸ ਜਾਂ ਈ ਐਸ ਲੱਗਦਾ ਹੈ, ਤੇ ਪਲੂਰਲ ਜਾਂ ਬਹੁਵਚਨ ਕਰਤਾ ਸਬਜੈਕਟ ਦੇ ਨਾਲ ਵਰਬ ਦੀ ਫਰਸਟ ਫਾਰਮ ਆਉਂਦੀ ਹੈ। ਐਗਜ਼ਾਮਪਲ, ਕੁਝ ਬੱਚੇ ਇੱਕ ਗੀਤ ਗਾਉਂਦੇ ਹਨ, ਕੁਝ ਬੱਚੇ ਸਮ ਚਿਲਡਰਨ, ਜ਼ਿਆਦਾ ਹੋ ਗਏ ਨਾ ਸਮ ਚਿਲਡਰਨ, ਤਾਂ ਵਰਬ ਦੀ ਫਰਸਟ ਫਾਰਮ ਸਿੰਗ ਅ ਸੌਂਗ। ਇੱਥੇ ਬੱਚਿਆਂ ਦੀ ਗਿਣਤੀ ਇੱਕ ਤੋਂ ਜ਼ਿਆਦਾ ਹੋਣ ਕਰਕੇ ਵਰਬ ਦੀ ਪਹਿਲੀ ਫਾਰਮ ਇਕੱਲੀ ਲੱਗੀ ਹੈ
ਭਾਵ ਕੇ ਸਬਜੈਕਟ ਪਲੱਸ V1। ਦੂਸਰਾ ਐਗਜ਼ਾਮਪਲ ਅਸੀਂ ਲੈਂਦੇ ਹਾਂ, ਸੁਮਨ ਇੱਕ ਗੀਤ ਗਾਉਂਦੀ ਹੈ। ਵਰਬ ਦੀ ਫਸਟ ਫਾਰਮ ਨਾਲ ਐਸ ਲੱਗ ਜਾਏਗਾ। ਸੁਮਨ ਸਿੰਗਸ ਅ ਸੌਂਗ। ਠੀਕ ਹੈ। ਨੈਕਸਟ, ਚੰਦੂ ਭਰਿੰਡ ਨੂੰ ਪਕੜਦਾ ਹੈ। ਚੰਦੂ ਇੱਕ ਹੈ ਤਾਂ ਪਕੜਨ ਦੀ ਇੰਗਲਿਸ਼ ਕੈਚ ਕਰਨਾ। ਚੰਦੂ ਕੈਚਸ ਵਾਸਪ, ਭਰਿੰਡ ਵਾਸਪ। ਕੁਝ ਬੱਚੇ ਇੱਕ ਗੀਤ ਨਹੀਂ ਗਾਉਂਦੇ ਹਨ। ਸਮ ਚਿਲਡਰਨ ਡੂ ਨਾਟ ਸਿੰਗ ਅ ਸੌਂਗ। ਸੁਮਨ ਇੱਕ ਗੀਤ ਨਹੀਂ ਗਾਉਂਦੀ ਹੈ। ਸੁਮਨ ਡਜ਼ ਨਾਟ ਸਿੰਗ ਅ ਸੌਂਗ। ਚੰਦੂ ਭਰਿੰਡ ਨੂੰ ਨਹੀਂ ਪਕੜਦਾ ਹੈ। ਚੰਦੂ ਡਜ਼ਨਟ ਕੈਚ ਵਾਸਪ। ਕੀ ਕੁਝ ਬੱਚੇ ਗਾਣਾ ਗਾਉਂਦੇ ਹਨ? ਡੂ ਸਮ ਚਿਲਡਰਨ ਸਿੰਗ ਅ ਸੌਂਗ। ਕੁਝ ਬੱਚੇ ਕੌਣ? ਕੁਝ ਬੱਚਿਆਂ ਦੀ ਇੰਗਲਿਸ਼ ਸਮ ਚਿਲਡਰਨ। ਜ਼ਿਆਦਾ ਨੇ ਤਾਂ ਇਹਨਾਂ ਤੋਂ ਪਹਿਲਾਂ ਆ ਗਿਆ ਡੂ। ਡੂ ਸਮ ਚਿਲਡਰਨ ਸਿੰਗ ਅ ਸੌਂਗ ਕੁਐਸਚਨ ਮਾਰਕ। ਕੀ ਸੁਮਨ ਗੀਤ ਗਾਉਂਦੀ ਹੈ? ਸੁਮਨ ਇੱਕ ਹੈ ਤਾਂ ਡਸ ਬਾਹਰ ਆ ਜਾਏਗਾ। ਡਸ ਸੁਮਨ ਸਿੰਗ ਅ ਸੌਂਗ ਕੁਐਸਚਨ ਮਾਰਕ। ਕੀ ਚੰਦੂ ਭਰਿੰਡ ਨਹੀਂ ਪਕੜਦਾ ਹੈ? ਚੰਦੂ ਵੀ ਇੱਕ ਹੈ, ਇਸ ਕਰਕੇ ਡਸ ਆ ਗਿਆ। ਡਸ ਚੰਦੂ ਨਾਟ ਕੈਚ ਵਾਸਪ ਕੁਐਸਚਨ ਮਾਰਕ। ਸਟੂਡੈਂਟਸ, ਹੁਣ ਤੁਸੀਂ ਇਹਨਾਂ ਸੈਂਟੈਂਸਸ ਦੀ ਪ੍ਰੈਕਟਿਸ ਆਪਣੀਆਂ ਨੋਟਬੁੱਕਸ 'ਤੇ ਕਰਨੀ ਹੈ। ਇਹਨਾਂ ਦੀ ਟਰਾਂਸਲੇਸ਼ਨ ਕਰਨੀ ਹੈ। ਹਸਨ ਸਵੇਰੇ ਦੇਰੀ ਨਾਲ ਉੱਠਦਾ ਹੈ। ਫਿਲਿਪ ਬੇਸਬਾਲ ਖੇਡਣਾ ਪਸੰਦ ਕਰਦਾ ਹੈ। ਚੰਦੂ ਘਰ ਦਾ ਕੰਮ ਨਹੀਂ ਕਰਦਾ ਹੈ। ਕੀ ਦੱਤਾ ਚੰਗੇ ਤਰੀਕੇ ਨਾਲ ਫੋਟੋ ਫਰੇਮ ਕਰਦਾ ਹੈ। ਮਿਸ ਬੀਮ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ। ਸੋ ਸਟੂਡੈਂਟਸ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ ਪ੍ਰੈਕਟਿਸ ਤੁਸੀਂ ਇੰਨੀ ਜ਼ਿਆਦਾ ਕਰੋ ਕਿ ਇਹਦੀ ਕਲੀਅਰਿਟੀ ਹੋ ਜਾਏ, ਬਿਲਕੁਲ ਤੁਹਾਨੂੰ ਚੰਗੇ ਤਰੀਕੇ ਨਾਲ ਇਹ ਸਮਝ ਆਉਣ ਲੱਗ ਜਾਵੇ। ਤੁਸੀਂ ਖੁਦ ਆਪਣੇ ਆਪ ਕੋਈ ਵੀ ਵਾਕ ਤੁਹਾਨੂੰ ਪੰਜਾਬੀ 'ਚ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਦਿੱਤਾ ਜਾਂਦਾ, ਤੁਸੀਂ ਉਹਨੂੰ ਬਿਲਕੁਲ ਕਰੈਕਟਲੀ ਟਰਾਂਸਲੇਟ ਕਰ ਸਕੋ। ਇਹਦੇ ਰੂਲਸ ਜਿਹੜੇ ਆ ਉਹਨਾਂ ਨੂੰ ਮਨ ਵਿੱਚ ਵਸਾਓ ਔਰ ਸੈਂਟੈਂਸਸ ਮੈਕਸੀਮਮ ਜਿਹੜੇ ਵੱਧ ਤੋਂ ਵੱਧ ਪੰਜਾਬੀ ਟੂ ਇੰਗਲਿਸ਼ ਕਰਕੇ ਦੇਖੋ, ਰੂਲਸ ਅਪਲਾਈ ਕਰੋ। ਬਾਰ-ਬਾਰ ਇਸ ਵੀਡੀਓ ਨੂੰ ਤੁਸੀਂ ਦੇਖ ਕੇ ਇਸ ਨੂੰ ਸਮਝ ਸਕਦੇ ਹੋ, ਪ੍ਰੈਕਟਿਸ ਕਰ ਸਕਦੇ ਹੋ। ਸੈਂਟੈਂਸ ਬਣਾਉਂਦੇ ਹੋਏ ਤੁਹਾਨੂੰ ਕਿਤੇ ਪ੍ਰੋਬਲਮ ਆਉਂਦੀ ਹੈ, ਤੁਸੀਂ ਉਸ ਪਾਰਟ ਨੂੰ ਦੁਬਾਰਾ ਦੇਖ ਲਓ ਤਾਂ ਕਿ ਉਮਰ ਭਰ ਤੁਹਾਨੂੰ ਇਹ ਰੂਲਸ ਤੁਹਾਨੂੰ ਭੁੱਲਣ ਨਾ, ਜ਼ਿੰਦਗੀ ਭਰ ਤੁਹਾਨੂੰ ਇਹ ਭੁੱਲਣ ਨਾ। ਇਸ ਤਰੀਕੇ ਨਾਲ ਇਹਨਾਂ ਦੀ ਪ੍ਰੈਕਟਿਸ ਕਰੋ। ਇਸ ਤੋਂ ਅੱਗੇ ਸਟੂਡੈਂਟਸ ਸਿੰਪਲ ਪਾਸਟ, ਜਿਸ ਨੂੰ ਅਸੀਂ ਪਾਸਟ ਇੰਡੈਫੀਨਿਟ ਟੈਂਸ ਵੀ ਕਹਿੰਦੇ ਹਾਂ, ਉਸ ਦੇ ਬਾਰੇ ਅਸੀਂ ਸਿੱਖਾਂਗੇ। ਇਹ ਟੈਂਸ ਦੀ ਵਰਤੋਂ ਭੂਤਕਾਲ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਕੋਈ ਕੰਮ ਜਿਹੜਾ ਕੋਈ ਸ਼ੁਰੂ ਹੋ ਕੇ ਖਤਮ ਹੋ ਗਿਆ ਸੀਗਾ, ਉਹਦੇ ਵਿੱਚ ਕੀਤੀ ਜਾਂਦੀ ਹੈ। ਸੋ ਇਹਦੇ ਵਿੱਚ ਵਰਬ ਦਾ ਵਰਤਮਾਨ ਦੇ ਨਾਲ, ਪ੍ਰੈਜ਼ੈਂਟ ਸਮੇਂ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸੋ ਇਹਨਾਂ ਦੇ ਵਿੱਚ ਰੂਲਸ ਕੀ ਹੁੰਦੇ ਆ ਬੇਟੇ ਕਿ ਸਬਜੈਕਟ ਨਾਲ ਵਰਬ ਦੀ ਸੈਕਿੰਡ ਫਾਰਮ ਅਪਲਾਈ ਕਰ ਲਈਦੀ ਹੈ। ਨੈਗੇਟਿਵ ਸੈਂਟੈਂਸਿਸ ਦੇ ਵਿੱਚ ਫਿਰ ਡਿਡ ਨੋਟ ਲਗਾ ਕੇ ਵਰਬ ਦੀ ਫਰਸਟ ਫਾਰਮ, ਅਗੇਨ ਇੱਥੇ ਫਰਸਟ ਫਾਰਮ ਹੋ ਜਾਂਦੀ ਹੈ। ਜਦੋਂ ਡਿਡ ਨੋਟ ਲਗਾਉਣਾ ਤਾਂ ਵਰਬ ਦੀ ਫਰਸਟ ਫਾਰਮ ਹੋ ਜਾਂਦੀ ਹੈ। ਪਾਸਟ ਇੰਡੈਫੀਨਿਟ ਦੇ ਵਿੱਚ ਸਧਾਰਨ ਵਾਕਾਂ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਵਰਬ ਦੀ ਸੈਕਿੰਡ ਫਾਰਮ ਦੀ ਵਰਤੋਂ ਕਰਦੇ ਹਾਂ, ਲੇਕਿਨ ਉਹੀ ਟੈਂਸ ਪਾਸਟ ਇੰਡੈਫੀਨਿਟ ਦੇ ਵਿੱਚ ਜਦੋਂ ਨੈਗੇਟਿਵ ਜਾਂ ਇੰਟੈਰੋਗੇਟਿਵ ਸੈਂਟੈਂਸਸ ਆ ਜਾਂਦੇ ਆ ਤਾਂ ਡਿਡ ਲਗਾ ਕੇ ਵਰਬ ਦੀ ਫਰਸਟ ਫਾਰਮ ਅਪਲਾਈ ਕਰੀਦੀ ਹੈ। ਡਿਡ ਪਲੱਸ ਵਰਬ ਦੀ ਫਰਸਟ ਫਾਰਮ ਯਾਦ ਰੱਖਣੀ। ਨੈਗੇਟਿਵ ਦੇ ਵਿੱਚ ਡਿਡ ਨੋਟ ਲੱਗ ਜਾਂਦਾ, ਵਰਬ ਦੀ ਫਰਸਟ ਫਾਰਮ ਲੱਗ ਜਾਂਦੀ ਹੈ, ਤੇ ਇੰਟੈਰੋਗੇਟਿਵ ਦੇ ਵਿੱਚ ਡਿਡ ਪਲੱਸ ਵਰਬ ਦੀ ਫਰਸਟ ਫਾਰਮ ਆ ਜਾਂਦੀ ਹੈ। ਆਈ, ਯੂ, ਵੀ, ਦੇ, ਹੀ, ਸ਼ੀ, ਇਟ ਸਾਰਿਆਂ ਦੇ ਨਾਲ ਜੋ ਵੀ ਸਬਜੈਕਟਸ ਹੈਗੇ ਆ, ਸਿੰਗੂਲਰ, ਪਲੂਰਲ, ਫਰਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ, ਸਾਰਿਆਂ ਦੇ ਨਾਲ ਵਰਬ ਦੀ ਸੈਕਿੰਡ ਫਾਰਮ ਅਪਲਾਈ ਹੋਣੀ ਹੈ। ਨੈਗੇਟਿਵ ਦੇ ਵਿੱਚ ਸਾਰੇ ਸਬਜੈਕਟਸ ਦੇ ਨਾਲ ਡਿਡ ਨੋਟ ਪਲੱਸ ਵਰਬ ਦੀ ਫਰਸਟ ਫਾਰਮ, ਸਾਰਿਆਂ ਦੇ ਵਿੱਚ ਡਿਡ ਨੋਟ ਪਲੱਸ ਵਰਬ ਦੀ ਫਰਸਟ ਫਾਰਮ। ਇਹਦੇ ਵਿੱਚ ਪ੍ਰੈਜ਼ੈਂਟ ਇੰਡੈਫੀਨਿਟ ਵਾਂਗ ਨਹੀਂ ਹੈ ਕਿ ਸਬਜੈਕਟਸ ਦੇ ਹਿਸਾਬ ਦੇ ਨਾਲ ਇੱਥੇ ਡੂ ਜਾਂ ਡਸ ਲੱਗੇ। ਇਹਦੇ ਵਿੱਚ ਹਰੇਕ ਸਬਜੈਕਟ ਜਿਹੜਾ ਵੀ ਕੋਈ ਹੈ ਉਹਦੇ ਨਾਲ ਡਿਡ ਨੋਟ ਲਗਾ ਕੇ ਵਰਬ ਦੀ ਫਰਸਟ ਫਾਰਮ, ਤੇ ਇੰਟੈਰੋਗੇਟਿਵ ਦੇ ਵਿੱਚ ਸਭ ਦੇ ਨਾਲ ਸਬਜੈਕਟ ਤੋਂ ਪਹਿਲਾਂ ਡਿਡ ਆ ਜਾਣਾ, ਸਬਜੈਕਟ ਜਿਹੜਾ ਮਰਜ਼ੀ ਹੋਵੇ, ਨਾਲ ਵਰਬ ਦੀ ਫਰਸਟ ਫਾਰਮ। ਜਿੱਥੇ ਵੀ ਤੁਸੀਂ ਬੇਟੇ ਬੁੱਕਸ ਰੀਡ ਕਰਦੇ ਹੋ, ਕੋਈ ਵੀ ਚੀਜ਼ ਨਿਊਜ਼ਪੇਪਰ ਰੀਡ ਕਰਦੇ ਹੋ, ਜਿੱਥੇ ਵੀ ਕਿਤੇ ਡਿਡ ਲੱਗਿਆ ਦਿਖ ਜਾਵੇ ਤੁਹਾਨੂੰ ਤਾਂ ਨੋਟਿਸ ਕਰਨਾ ਉੱਥੇ ਹਮੇਸ਼ਾ ਨਾਲ ਵਰਬ ਦੀ ਫਰਸਟ ਫਾਰਮ ਅਪਲਾਈ ਹੁੰਦੀ ਹੈ। ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖਣੀ ਹੈ ਇਹ ਗੱਲ ਤੁਸੀਂ ਕਿ ਡਿਡ ਕਿਤੇ ਸੈਂਟੈਂਸ ਵਿੱਚ ਲਗਾਉਂਦੇ ਹੋ ਤਾਂ ਵਰਬ ਦੀ ਫਰਸਟ ਫਾਰਮ ਹੀ ਅਪਲਾਈ ਕਰਨੀ ਹੈ।
सो ਇਹਦੇ ਰੂਲਸ ਬਣ ਜਾਂਦੇ ਆ ਬੇਟੇ ਸਿੰਪਲ ਪਾਸਟ ਦੇ ਸਬਜੈਕਟ ਪਲੱਸ ਵਰਬ ਦੀ ਸੈਕੰਡ ਫਾਰਮ ਪਲੱਸ ਆਬਜੈਕਟ ਰਾਈਟ। ਤੇ ਇਹ ਉਦੋਂ ਗੱਲ ਹੁੰਦੀ ਹੈ ਜਦੋਂ ਹੁਣੇ ਕੋਈ ਐਕਟੀਵਿਟੀ ਕੰਪਲੀਟ ਹੋਈ ਪਾਸਟ ਸਮੇਂ ਦੇ ਵਿੱਚ। ਮੈਂ ਪਰਸੋਂ ਨਵੀਂ ਕਾਰ ਖਰੀਦੀ। ਆਏ ਹੁਣ ਬਾਏ ਦੀ ਖਰੀਦਣ ਨੂੰ ਕੀ ਕਹਿੰਦੇ ਬਾਏ BUY। ਬਾਏ ਦੀ ਸੈਕਿੰਡ ਫਾਰਮ ਜਦੋਂ ਅਸੀਂ ਬਣਾਵਾਂਗੇ ਵਰਬ ਦੀ ਸੈਕਿੰਡ ਫਾਰਮ ਬੌਟ। I bought a new car the day before yesterday। ਪਰਸੋਂ ਨੂੰ the day before yesterday। ਉਹ ਆਪਣਾ ਪਰਸ ਘਰ ਭੁੱਲ ਗਈ। She forgot। ਫਸਟ ਫਾਰਮ forgot ਦੀ ਇਹ ਵੀ ਤੁਸੀਂ ਨਾਲ ਪ੍ਰੈਕਟਿਸ ਕਰਨੀ ਹੈ ਬੇਟੇ। ਤੁਹਾਨੂੰ ਫਸਟ ਫਾਰਮ ਪਤਾ ਹੋਏਗੀ ਤਦੇ ਤੁਸੀਂ ਸੋਚ ਸਕੋਗੇ ਕਿ ਇਹਦੀ ਸੈਕਿੰਡ ਫਾਰਮ ਇਹ ਹੈ। ਠੀਕ ਹੈ। ਭੁੱਲਣ ਨੂੰ ਅਸੀਂ ਕਹਿੰਦੇ ਹਾਂ ਇੰਗਲਿਸ਼ 'ਚ forget ਤੇ ਉਹਦੀ ਸੈਕਿੰਡ ਫਾਰਮ forgot। She forgot her purse at home। ਤੁਸੀਂ ਮੇਰੇ ਦੋਸਤਾਂ ਸਾਹਮਣੇ ਮੈਨੂੰ ਅਪਮਾਨਿਤ ਕੀਤਾ। ਅਪਮਾਨਿਤ ਕਰਨਾ ਇਨਸਲਟ ਕਰਨੀ। ਸੋ ਇਨਸਲਟ ਫਸਟ ਫਾਰਮ ਆ ਗਈ। ਸੈਕਿੰਡ ਫਾਰਮ ਇਨਸਲਟਿਡ। ਯੂ ਇਨਸਲਟਿਡ ਮੀ ਇਨ ਦ ਪ੍ਰੈਜ਼ੈਂਸ ਆਫ ਮਾਈ ਫਰੈਂਡਸ। ਮੇਰੇ ਦੋਸਤਾਂ ਦੇ ਸਾਹਮਣੇ ਇਨ ਦ ਪ੍ਰੈਜ਼ੈਂਸ ਆਫ ਮਾਈ ਫਰੈਂਡਸ। ਰਾਜੀਵ ਨੇ ਬਹੁਤ ਸੁੰਦਰ ਤਸਵੀਰ ਖਿੱਚੀ। ਤਸਵੀਰ ਖਿੱਚਣਾ ਤੁਹਾਨੂੰ ਸਭ ਨੂੰ ਆਉਂਦਾ। ਕਲਿੱਕ ਕਰਨਾ। ਕਲਿੱਕ ਦੀ ਸੈਕਿੰਡ ਫਾਰਮ clicked। ਰਾਜੀਵ clicked a beautiful photograph। ਜਾਸੂਸ ਨੇ ਆਪਣੇ ਦੇਸ਼ ਨਾਲ ਗੱਦਾਰੀ ਕੀਤੀ। ਜਾਸੂਸ ਹੁੰਦਾ ਸਪਾਈ। ਗੱਦਾਰੀ ਕਰਨੀ betray ਕਰਨਾ betray। The second form betrayed। The spy betrayed his country। So look at this picture। What are they talking about? Did you swim at the park? No, I didn't। I swam at home। ਕੁਐਸਚਨ ਦੇ ਵਿੱਚ ਡਿਡ ਲੱਗਿਆ ਸੀ ਤਾਂ ਜਦੋਂ ਆਨਸਰ ਦੇਣਾ ਅਗਲੇ ਨੇ ਤਾਂ ਉਹ ਵੀ ਉਸੇ ਟੈਂਸ ਵਿੱਚ ਹੀ ਆਨਸਰ ਦੇਵੇਗਾ। I didn't। I swam at home। ਉਸਨੇ ਮੈਨੂੰ ਰਸੀਦ ਫੜਾ ਦਿੱਤੀ। ਰਸੀਦ receipt। receipt P ਸਾਇਲੈਂਟ ਉੱਥੇ ਰੱਖਣਾ ਹੈ, P ਨੂੰ ਨਹੀਂ ਬੋਲਣਾ। ਫੜਾਉਣ ਨੂੰ ਕਹਿੰਦੇ ਨੇ ਹੈਂਡ ਓਵਰ। ਫਸਟ ਫਾਰਮ ਹੈ ਹੈਂਡ ਓਵਰ। ਸੈਕਿੰਡ ਫਾਰਮ ਹੈਂਡਡ ਓਵਰ। ਉਹ ਲੜਕਾ ਜਾਂ ਲੜਕੀ ਜੋ ਵੀ ਹੈ ਉੱਥੇ ਤੁਸੀਂ ਉਹ ਪ੍ਰੋਨਾਊਨ ਉਹਦੇ ਹਿਸਾਬ ਨਾਲ ਯੂਜ਼ ਕਰ ਲੈਣਾ। he or she handed over the receipt to me। ਇਹ ਰੂਲਸ ਜਿਹੜੇ ਆ ਅੱਛੀ ਤਰ੍ਹਾਂ ਅਪਲਾਈ ਕਰਨੇ। ਚੌਂਕੀਦਾਰ ਨੇ ਦਰਵਾਜ਼ੇ ਨੂੰ ਕੁੰਡੀ ਨਹੀਂ ਲਗਾਈ। ਚੌਂਕੀਦਾਰ ਵਾਚਮੈਨ। the watchman ਹੁਣ ਨਹੀਂ ਲਗਾਈ ਨੈਗੇਟਿਵ ਸੈਂਟੈਂਸ ਆ ਤਾਂ did not ਲੱਗੇਗਾ। the watchman did not verb ਦੀ ਫਸਟ ਫਾਰਮ bolt। did not ਦੇ ਨਾਲ verb ਦੀ first form, right? Bolt the door। The watchman did not bolt the door। ਅਧਿਆਪਕ ਨੇ ਟੈਸਟ ਨਹੀਂ ਲਿਆ। The teacher ਨੈਗੇਟਿਵ ਆ ਗਿਆ ਨਾ ਨਹੀਂ ਲਿਆ। The teacher did not give the test। ਹੁਣ ਟੈਸਟ ਲਿਆ ਨਹੀਂ ਨੂੰ ਅਸੀਂ give the test ਕਵਾਂਗੇ। ਸਟੂਡੈਂਟਸ ਨੂੰ ਤਾਂ ਉਹਨਾਂ ਨੇ ਟੈਸਟ ਦੇਣਾ ਨਾ। ਸਾਨੂੰ ਨਿੱਘਾ ਸਵਾਗਤ ਨਹੀਂ ਮਿਲਿਆ। ਸਵਾਗਤ ਨੂੰ ਕੀ ਕਵਾਂਗੇ ਵੈਲਕਮ। ਮਿਲਿਆ ਰਿਸੀਵ ਤੇ ਨਹੀਂ ਮਿਲਿਆ did not। We did not receive a warm welcome। ਉਹ ਅਦਰਕ ਛਿੱਲਣਾ ਨਹੀਂ ਜਾਣਦੀ ਸੀ। ਛਿੱਲਣਾ ਪੀਲ ਕਰਨਾ ਕਿਸ ਨੂੰ ਜਿੰਜਰ ਨੂੰ ਅਦਰਕ ਨੂੰ। ਜਾਣਨਾ no। ਇਹ ਸਾਰੇ ਤੁਹਾਨੂੰ ਛੋਟੇ ਛੋਟੇ ਵਰਡਸ ਹੁੰਦੇ ਜਿਨ੍ਹਾਂ ਨੂੰ ਤੁਸੀਂ ਆਲਰੇਡੀ ਜਾਣਦੇ ਹੁੰਦੇ ਹੋ ਲੇਕਿਨ ਉਹਨਾਂ ਨੂੰ ਅਪਲਾਈ ਕਰਨਾ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਆਉਣਾ ਕੀ ਹੈ। ਸੋ ਪ੍ਰੈਕਟਿਸ ਕਰੋ। She did not know first form how to peel ginger। You practice many more sentences like this। Sentences of present indefinite and past indefinite tense। And whenever you get confused at some point, please refer to my video or your books। ਅਗਰ ਬੁੱਕਸ ਤੋਂ ਸਮਝ ਨਹੀਂ ਆਉਂਦੀ ਗ੍ਰਾਮਰ ਬੁੱਕਸ ਤੋਂ ਤਾਂ ਵੀਡੀਓ ਦੀ ਹੈਲਪ ਜ਼ਰੂਰ ਲਵੋ। ਅਸੀਂ ਵੀ ਸਟੂਡੈਂਟਸ ਜਦੋਂ ਛੋਟੇ ਹੁੰਦਿਆਂ ਤੋਂ ਇਹ ਚੀਜ਼ਾਂ ਸਿੱਖੀਆਂ ਹੋਈਆਂ ਔਰ ਇਹ ਭੁੱਲਣ ਵਾਲੀਆਂ ਚੀਜ਼ਾਂ ਨਹੀਂ। ਜਦੋਂ ਇੱਕ ਵਾਰ ਤੁਹਾਡੇ ਸਮਝ ਆ ਗਈ ਤਾਂ ਤੁਸੀਂ ਇਹਨੂੰ ਸਾਰੀ ਉਮਰ ਨਹੀਂ ਭੁੱਲੋਗੇ ਅਪਲਾਈ ਵੀ ਕਰ ਸਕੋਗੇ। ਠੀਕ ਹੈ ਬੋਲ ਚਾਲ ਦੇ ਵਿੱਚ ਲਿਖਣ ਦੇ ਵਿੱਚ। ਸੋ ਹੈਪੀ ਲਰਨਿੰਗ। ਸਟੇ ਹੋਮ ਸਟੇ ਸੇਫ ਸਟੇ ਹੈਲਦੀ। ਥੈਂਕ ਯੂ।